500 ਗਾਂ। ਐਵਰੇਜ ਗਾਵਾਂ ਕਿੰਨਾ ਦੁੱਧ ਦਿੰਦੀ ਹੈ? ਸਾਲ ਜੇ ਮਾਲ ਨੂੰ ਪੱਠਾ ਪਾਵੀਏ ਰਜਾ ਤੇ ਜਾਂ ਵੰਡਾ ਪਾਵੀਏ ਤੇ ਸਾਲ 2 ਸੂਏ ਹੀ ਸੂ ਲੈਣੀਆਂ। ਖਵਾਉਂਦੇ ਪਿਆਂਦੇ ਕੀ ਹੋ ਇਹਨਾਂ ਨੂੰ? ਤੇ ਬੱਚੇ ਬੁੱਛੇ ਇਹਨਾਂ ਦੇ ਕਿੱਥੇ ਵੇਚ? ਇੱਕ ਬੱਚਾ ਜਿਹੜਾ ਇਹਦਾ ਪੈਦਾ ਹੁੰਦਾ ਹੈ ਤਕਰੀਬਨ 2 ਤੋਂ 3 ਮਹੀਨੇ ਦਾ, ਉਹ ਕਿੰਨੇ ਕੁ ਦਾ ਸੇਲ ਹੋ ਜਾਂਦਾ ਤੁਹਾਡਾ? ਇਹਨਾਂ ਨੂੰ ਬਿਮਾਰੀ ਕੀ ਆਉਂਦੀ ਹੈ ਇੱਥੇ ਅਕਸਰ? ਕੀ ਰੇਟ ਤੇ ਆਮ ਗਾਂ ਹੁਣ 500 ਹੈ ਤੇ ਇਥੋਂ ਮਜ਼ੀਦ ਵਧਾਣਾ ਹੀ ਇੰਨੇ ਹੀ ਰੱਖਣੇ ਨੇ। ਤੇ ਦੁੱਧ ਦਾ ਕਿਹਦਾ ਰੰਗ ਹੁੰਦਾ ਇਹਨਾਂ ਦਾ? ਉਹ ਕ੍ਰਾਸ ਕਰਾਉਂਦੇ ਹੋ ਇਹਨਾਂ ਦੇ ਅੱਗੋਂ ਜਿਹੜੇ ਹੁੰਦੇ ਨੇ बच्चे वो आपस में लग लुग के खराब अपने देखने सुनने वाले नाज़रीन को नाज़रीन दोस्तों, आज हम मौजूद हैं चोलिस्तान मरोट के इलाके में, जो कि पाकिस्तान का खुशक और गर्म तरीन इलाका है। इस इलाके में जो गायें हैं बिल्कुल गर्मी नहीं कर रही, कोई उनके मुंह नहीं खुले हुए, उनको गर्मी का कोई मसला ही नहीं। और आज यहाँ पे टेम्परेचर 55 से 56 डिग्री सेल्सियस है, जो कि पाकिस्तान के किसी और इलाके में नहीं है। ये भाई हमारे साथ मौजूद है, इनको पूछते हैं कि इनकी जो गाय है वो कैसे इतनी गर्मी में रह रही है, दूध कितना दे रही है। इनके पास टोटल तकरीबन इस वक्त 500 प्लस गायें हैं। तो पंजाबी में इनके साथ बात करेंगे, वीडियो में एंड तक जुड़े रहिएगा। अस्सलाम वालेकुम जी भाई जान। वालेकुम सलाम। अपना जरा तारफ दोस्तों ਨੂੰ ਕਰਾਓ ਕਿ ਤੁਸੀਂ ਕਿਸ ਇਲਾਕੇ ਦੇ ਹੋ? ਮੈਂ ਤੋਂ ਮਰੋੜ ਦਾ ਇਲਾਕਾ ਹੈ, ਰੋਹੀ ਦਾ, ਚੋਲਿਸਤਾਨ ਦਾ। ਠੀਕ ਹੈ। ਉੱਥੇ ਮਾਲ ਚ ਰਹਿੰਦੇ ਆ, ਉੱਥੇ ਰਹਿੰਦੇ ਆ। ਸਾਡੀ ਗਾਂ ਜਿਹੜੀਆਂ ਠੀਕ ਹਨ ਪਈਆਂ, ਮਾਲ ਦੁੱਧ ਚੰਗਾ ਦਿੰਦਾ ਹੈ। ਤੁਹਾਡੀਆਂ ਟੋਟਲ ਕਿੰਨੀਆਂ ਗਾਵਾਂ? 500 ਗਾਂ। 500 ਗਾਂ ਤੇ ਇਹ ਸਾਲ ਦੇ ਵਿੱਚ ਕਿੰਨੇ ਕ ਬੱਚੇ ਤੁਹਾਡੀਆਂ ਕਿੰਨੀਆਂ ਗਾਵਾਂ ਸੂ ਪੈਂਦੀਆਂ ਨੇ? ਸਾਲ ਜੇ ਮਾਲ ਨੂੰ ਪੱਠਾ ਪਾਵੀਏ ਰਜਾ ਤੇ ਜਾਂ ਵੰਡਾ ਪਾਵੀਏ ਤੇ ਸਾਲ 2 ਸੂਏ ਹੀ ਸੂ ਲੈਣੀਆਂ। ਇੱਕ ਪੇਟ 'ਚ ਹੀ ਰੱਖ ਲੈਣੀਆਂ, ਇੱਕ ਥੱਲੇ ਵੀ ਪਾ ਲੈਣੀਆਂ। ਸਹੀ ਹੋ ਗਿਆ। ਤੁਹਾਡੀਆਂ ਜਿਹੜੀਆਂ ਹਰ ਸਾਲ ਲਿਆਰੀ ਹੁੰਦੀ ਹੈ। ਤੁਹਾਡੀ ਜਿਹੜੀ ਗਾਂ ਹੈ ਮਤਲਬ ਐਵਰੇਜ ਗਾਵਾਂ ਕਿੰਨਾ ਦੁੱਧ ਦਿੰਦੀ ਹੈ? 4 ਤੋਂ 5 ਕਿਲੋ ਇੱਕ ਟਾਈਮ ਦਾ ਪੂਰੇ ਦਿਨ ਦਾ ਇੱਕ ਗਾਂ ਕਿੰਨਾ ਐਵਰੇਜ ਦੁੱਧ? 8 ਤੋਂ 10 ਕਿਲੋ ਦਿੰਦੀ ਹੈ। ਹਾਂਜੀ ਠੀਕ ਹੈ। ਸਭ ਤੋਂ ਜ਼ਿਆਦਾ ਜਿਹੜਾ ਤੁਹਾਡੇ ਕੋਲ ਦੁੱਧ ਤੁਹਾਡੀ ਗਾਂ ਨੇ ਅੱਜ ਤੱਕ ਦਿੱਤਾ ਕਿੰਨਾ ਦਿੱਤਾ? ਅੱਜ ਦੀ ਸਭ ਤੋਂ ਜ਼ਿਆਦਾ ਗਾਂ ਦੁੱਧ ਦਿੱਤਾ ਹੈ 9 ਕਿਲੋ ਇੱਕ ਟਾਈਮ ਦਾ ਦਿੱਤਾ। ਠੀਕ ਹੈ, ਯਾਨੀ ਕਿ ਤਕਰੀਬਨ 18-20 ਕਿਲੋ, ਇਸ ਤੋਂ ਵੱਧ ਨਹੀਂ। ਤੇ ਖਵਾਉਂਦੇ ਪਿਆਂਦੇ ਕੀ ਹੋ ਇਹਨਾਂ ਨੂੰ? ਪੱਠਾ ਪੈਂਦੇ ਬਾਜਰ ਦਾ ਹੋ ਗਿਆ ਇਸ ਦਾ ਇੱਥੇ। ਬਾਕੀ ਚੋਲਿਸਤਾਨ ਦੇ ਵਿੱਚ ਬਾਰਿਸ਼ ਪੈ ਗਈ ਤੇ ਚੋਲਿਸਤਾਨ ਵਿੱਚ ਫਿਰਦੀ ਰਹੇ ਘਾਹ ਹੋ ਜਾਂਦਾ। ਘਾਹ ਹੋ ਜਾਂਦਾ। ਫਰਾਣਾ ਇਹਨਾਂ ਨੂੰ ਇੰਜੀ ਟਿੱਬਿਆਂ ਤੇ ਰੇਤੇ ਇਲਾਕਿਆਂ ਤੇ ਹਾਂ ਐਵੇਂ ਟਿੱਬੇ ਤੇ ਬੰਨ ਕੇ ਪੱਠੇ ਨਹੀਂ ਇਹਨਾਂ ਨੂੰ ਪਾਉਂਦੇ ਪੁੰਦੇ, ਖੁੱਲਿਆ ਰਹਿਣਾ। ਦੁੱਧ ਵਗੈਰਾ ਕਿੱਥੇ ਵੇਚਦੇ ਹੋ? ਦੁੱਧ ਹੀ ਚੁੱਕ ਜਾਂਦੇ। ਕੀ ਰੇਟ ਤੇ ਚੁਕਾਉਂਦੇ ਹੋ? ਦੁੱਧ 150 ਚੁੱਕੀ ਜਾਂਦੇ। ਖਾਲਸ ਜਿਹੜਾ ਦੁੱਧ ਖਾਲਸ ਤੋਂ 150 ਤੋਂ ਚੁੱਕੀ ਜਾਂਦੇ। ਤੇ ਬੱਚੇ ਬੁੱਛੇ ਇਹਨਾਂ ਦੇ ਕਿੱਥੇ ਵੇਚਦੇ ਹੋ ਜਾਂ ਵਿਕਦੇ ਨੇ? ਨਹੀਂ ਵਿਕਦੇ? ਨਹੀਂ ਵਿਕ ਜਾਂਦੇ ਨੇ ਇੱਥੇ ਮੰਡੀਆਂ ਤੇ ਵੀ ਵਿਕ ਜਾਂਦੇ ਨੇ, ਆਪ ਹੀ ਵੇਚ ਆਉਂਦੇ, ਵਪਾਰੀ ਵੀ ਲੈ ਜਾਂਦੇ। ਠੀਕ ਹੈ। ਇੱਕ ਬੱਚਾ ਜਿਹੜਾ ਇਹਦਾ ਪੈਦਾ ਹੁੰਦਾ ਤਕਰੀਬਨ 2 ਤੋਂ 3 ਮਹੀਨੇ ਦਾ, ਉਹ ਕਿੰਨੇ ਕੁ ਦਾ ਸੇਲ ਹੋ ਜਾਂਦਾ ਤੁਹਾਡਾ? ਉਹ ਤਕਰੀਬਨ 40 ਤੋਂ 45 ਹਜ਼ਾਰ ਦਾ ਵੀ ਸੇਲ ਹੋ ਜਾਂਦਾ, 50 ਦਾ ਵੀ ਹੋ ਜਾਂਦਾ। ਜਿਹੜਾ ਚੰਗਾ ਵੀ ਸਾਂਭ ਤੇ ਕੁਰਬਾਨੀ ਤੇ ਵੇਚਣਾ ਉਹ 3 ਤੋਂ 4 ਲੱਖ ਦਾ ਸੇਲ ਹੋ ਜਾਂਦਾ। ਉਹ ਵੀ ਨਾਲ ਪਾਲਦੇ ਹੋ ਬੱਚੇ? ਹਾਂਜੀ ਨਾਲ ਹੀ ਫਿਰਦੇ ਰਹਿੰਦੇ ਨੇ, ਉਹਨਾਂ ਨੇ ਪਲ ਜਾਣਾ। ਹਾਂ, ਲਿਆਰੀਆਂ ਗਾਂ ਦੇ ਵਿੱਚ ਵੰਡਾ ਪਾਤਾ, ਲਿਆਰੀਆਂ ਜਿਹੜੀਆਂ ਹੋਈਆਂ ਉਹਨੂੰ ਵੰਡਾ ਪਾਤਾ, ਦੂਸਰੀਆਂ ਜਿਹੜੀਆਂ ਨੇ ਇਹਨਾਂ ਨੂੰ ਬਿਮਾਰੀ ਕੀ ਆਉਂਦੀ ਹੈ ਇੱਥੇ ਅਕਸਰ? ਬਿਮਾਰੀਆਂ ਨੂੰ ਇੱਕ ਸਾਲ ਤਾਂ ਰੋੜੀਆਂ ਜੀਆਂ ਨਿਕਲੀਆਂ, ਕੋਈ ਜ਼ਹਿਰਬਾਦ ਹੁੰਦੀ ਹੈ ਜਿਹੜੀ। ਹਾਂਜੀ ਉਹ ਹੋ ਜਾਂਦੀ ਹੈ। ਠੀਕ ਹੈ। ਕੋਈ ਬਣ ਜਾਂਦੀ ਹੈ, ਕੋਈ ਬਾਕੀ ਨਹੀਂ। ਤੁਸੀਂ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ ਫਿਰ? ਅਸੀਂ ਤਾਂ ਬਚਪਨ ਤੋਂ ਕਰ ਰਹੇ ਹਾਂ। ਖਾਨਦਾਨੀ ਕੰਮ ਹੈ? ਖਾਨਦਾਨੀ ਕੰਮ। ਤੇ ਕਿੰਨੀਆਂ ਗਾਵਾਂ ਤੋਂ ਸ਼ੁਰੂ ਕੀਤਾ ਸੀ ਕਿ ਪਹਿਲਾਂ ਹੀ ਇੰਨੀਆਂ ਹਨ? ਨਹੀਂ, ਪਹਿਲਾਂ ਤਾਂ ਬਸ 6 ਤੋਂ 7 ਹੁੰਦੀਆਂ, ਜਿਹੜੇ ਮੇਰੇ ਵਾਲਿਦ ਸਾਹਿਬ ਚ ਰਹਿੰਦੇ 6-7। ਠੀਕ ਹੈ। ਤੇ ਹੁਣ ਮਾਸ਼ਾਅੱਲਾ 400-500 ਗਾਂ। 400-500 ਗਾਵਾਂ ਸਜਰੀਆਂ ਵੀ ਵੇਚਦੇ ਹੋ? ਹਾਂ ਵੇਚਦੇ। ਜਿਹੜੀਆਂ ਸੂ ਪੈਂਦੀਆਂ ਜਾਂ ਸੂਣ ਵਾਲੀਆਂ ਹੋਣ? ਹਾਂਜੀ ਵੇਚਦੇ। ਕੀ ਰੇਟ ਤੇ ਆਮ ਗਾਂ? ਆਮ 2.5 ਲੱਖ 3 ਲੱਖ 2.5 ਲੱਖ 3 ਲੱਖ ਇੱਥੋਂ ਤੱਕ ਵੇਚਦੇ ਹੋ? ਮੰਡੀਆਂ 'ਚ ਹੀ ਆ ਕੇ ਬੰਦੇ ਖਰੀਦਦੇ ਨੇ? ਆਪ ਖਰੀਦ ਜਾਂਦੇ ਨੇ। ਹੁਣ 500 ਹੈ ਤੇ ਇਥੋਂ ਮਜ਼ੀਦ ਵਧਾਣਾ ਹੀ ਇੰਨੇ ਹੀ ਰੱਖਣੇ ਨੇ? ਨਹੀਂ ਵਧਾਣਾ। ਕਿੱਥੋਂ ਤੱਕ ਖੜਨ ਦਾ ਤੁਹਾਡਾ ਜ਼ੇਨ ਹੈ? ਸਦਾ ਅੱਲਾਹ ਤਾਲਾ ਸਾਰੀਆਂ ਹਜ਼ਾਰ ਕਰ ਦੇ। ਠੀਕ ਹੋ ਗਿਆ। ਬਿਹਤਰ। ਲੋ ਜੀ ਭਾਈ, ਚੋਲਿਸਤਾਨ ਦੇ ਇਲਾਕੇ ਦੇ ਵਿੱਚ ਮਰੋਟ ਇਲਾਕਾ ਇਹਨਾਂ ਦਾ ਉੱਥੇ ਮੌਜੂਦ ਆ। ਬਹੁਤ ਹੀ ਗਰਮ ਤਰੀਨ ਇਲਾਕਾ, ਪਸੀਨਾ ਤੁਹਾਨੂੰ ਵੀਡੀਓ 'ਚ ਨਜ਼ਰ ਆ ਰਿਹਾ ਹੈਗਾ। ਇਹ ਹੀ ਦੋਸਤੋ ਗਾਵਾਂ ਨੇ ਜਿਨ੍ਹਾਂ ਨੂੰ ਕ੍ਰਾਸ ਵਾਸਤੇ ਬਾਹਰ ਦੀਆਂ ਨਸਲਾਂ 'ਚ ਪਾਇਆ ਜਾਂਦਾ ਹੈ ਕਿ ਉਹਨਾਂ ਨਸਲਾਂ ਦੀ ਗਰਮੀ ਘਟਾਉਣ ਵਾਸਤੇ, ਦੁੱਧ ਨੂੰ ਖਾਲਸ ਕਰਨ ਵਾਸਤੇ। ਦੁੱਧ ਦਾ ਕਿਹਦਾ ਰੰਗ ਹੁੰਦਾ ਇਹਨਾਂ ਦਾ? ਚਿੱਟਾ ਸ਼ਫੈਦ। ਬਿਲਕੁਲ ਚਿੱਟਾ। ਹਾਂ ਬਿਲਕੁਲ। ਮੱਖਣ ਵਗੈਰਾ ਘਿਓ ਕੈਸਾ ਹੁੰਦਾ? ਉਹ ਚਿੱਟਾ ਸ਼ਫੈਦ। ਸਹੀ। ਦੋਸਤੋ ਜਿਹੜੀਆਂ ਗਾਵਾਂ ਸਾਡੀਆਂ ਪਿਓਰ ਨੇ, HF ਨੇ, ਹਾਲਸਟੀਅਨ ਫਰੀਜ਼ੀਅਨ ਨੇ, ਜਰਸੀ ਨੇ, ਉਹਨਾਂ ਦਾ ਦੁੱਧ ਇਹਦਾ ਏਡਾ ਚਿੱਟਾ ਨਹੀਂ, ਉਹਨਾਂ ਤੇ ਮੱਖਣ ਘਿਓ ਵਗੈਰਾ ਜਿਹੜਾ ਉਹਨਾਂ ਨਹੀਂ ਆਉਂਦਾ। ਗਰਮੀ ਬਹੁਤ ਕਰਦੀਆਂ ਨੇ, ਬਿਮਾਰੀ ਜਿਹੜੀ ਹੈ ਉਹਨੂੰ ਡਿਟੈਕਟ ਕਰਨ ਦੀ, ਪ੍ਰੋਟੈਕਟ ਕਰਨ ਦੀ ਉਹਨਾਂ ਦੇ ਵਿੱਚ ਤਾਕਤ ਕੋਈ ਨਹੀਂ ਹੁੰਦੀ ਹੈ। ਇਸ ਲਈ ਇਹਨਾਂ ਗਾਵਾਂ ਦਾ ਕ੍ਰਾਸ ਉਹਨਾਂ 'ਚ ਪਾਇਆ ਜਾਂਦਾ ਸਿਰਫ ਇਸ ਵਜ੍ਹਾ ਤੋਂ ਕਿ ਇਹ ਸਖਤ ਗਰਮੀ ਨੂੰ ਜਿਹੜਾ ਉਹ ਬਰਦਾਸ਼ਤ ਕਰ ਸਕਦੀਆਂ ਨੇ। ਵੈਸੇ ਜਿਹੜੀ ਚੋਲਿਸਤਾਨੀ ਨਸਲ ਹੈ ਕਿੰਨੀ ਕੁ ਪੁਰਾਣੀ ਹੈ?
ਇਹ ਤੇ ਬਚਪਨ ਤੋਂ ਅਸੀਂ ਤਾਂ ਜੰਮਿਆ ਤੇ ਵੇਖਣ ਲੱਗਿਆ ਵੀ ਬਚਪਨ ਤੋਂ ਹੀ ਮੈਂ ਆ ਰਹੀ। ਠੀਕ ਹੈ। ਤੇ ਵੱਛਾ ਵੁੱਛਾ ਜਿਹੜਾ ਅੱਗੋਂ ਕ੍ਰਾਸ ਕਰਾਉਂਦੇ ਹੋ ਇਹਨਾਂ ਦੇ ਅੱਗੋਂ ਜਿਹੜੇ ਹੁੰਦੇ ਨੇ ਬੱਚੇ ਉਹ ਆਪਸ ਵਿੱਚ ਲੱਗ ਲੁੱਗ ਕੇ ਕ੍ਰਾਸ ਹੋਈ ਆਪੇ ਹੋ ਨਾ ਜਰਾ ਤੁਹਾਨੇ ਕਦੇ ਵੀ ਕਰਾਇਆ ਜਿਹਨੂੰ ਕੋਈ ਬੋਲਦੀ ਆਪੀ ਹੋ ਆ ਜਾਂਦੇ ਆਪੇ ਹੋ ਜਾਂਦਾ। ਲਓ ਜੀ ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰੋ। ਇੱਕ ਨੈਕਸਟ ਵੀਡੀਓ 'ਚ ਮਿਲਾਂਗੇ। ਅੱਲਾ।